गुड मॉर्निंग स्टूडेंट। ऑनलाइन क्लास में तुहाडा स्वागत है। अज असीं पढ़ांगे जमात 9वीं, विशा पंजाबी। 9वीं की पाठ पुस्तक वनगी विच दर्ज कहानी भाग। अज असीं पढ़ांगे कल्लो कहानी दे प्रश्न उत्तर। पहला प्रश्न उत्तर आ, पर अंबां दी भुख अंब-कड़ियां नाल कदों दूर हो सकदी सी? लेखक ने अजिहा क्यों सोचिया? लेखक ने अजिहा इस करके सोचिया क्योंकि ਪਹਿਲਾਂ ਉਹ ਨਾਵਲ ਲਿਖਣ ਲਈ ਕਈ ਸਾਲਾਂ ਤੋਂ ਧਰਮਸ਼ਾਲਾ ਦੀ ਰਮਣੀਕ ਥਾਂ ਮੈਕਲੋਡਗੰਜ ਵਿੱਚ ਡੇਰਾ ਲਾਉਂਦਾ ਸੀ, ਪਰ ਐਤਕੀ ਜੇਬ ਇਜਾਜ਼ਤ ਨਾ ਦਿੰਦੀ ਹੋਣ ਕਰਕੇ ਉਹਦਾ ਮਨ ਮਾਰ ਕੇ ਨਾਵਲ ਘਰੇ ਬੈਠ ਕੇ ਲਿਖਣਾ ਸ਼ੁਰੂ ਕਰ ਦਿੱਤਾ। ਪਰ ਗੱਲ ਨਾ ਬਣੀ। ਉਸ ਦਾ ਦਿਲ ਧਰਮਸ਼ਾਲਾ ਜਾਣ ਲਈ ਹੀ ਕਾਹਲਾ ਸੀ, ਕਿਉਂਕਿ ਘਰ ਵਿੱਚ ਬੈਠ ਕੇ ਨਾਵਲ ਲਿਖਦਿਆਂ ਉਸ ਨੂੰ ਉਹ ਸਵਾਦ ਨਹੀਂ ਸੀ ਆਉਂਦਾ ਜੋ ਉੱਥੇ ਪਹਾੜਾਂ ਦੀ ਰਮਣੀਕ ਗੋਦੀ ਵਿੱਚ ਬਹਿ ਕੇ ਆਉਂਦਾ ਸੀ। ਦੁਬਾਰਾ ਰਿਪੀਟ ਕਰਦੇ ਹਾਂ ਬੱਚੇ, ਕੀ ਆਨਸਰ ਆ? ਲੇਖਕ ਜਿਹੜਾ ਨੇ ਇਸ ਵਾਰ ਨਾਵਲ ਲਿਖਣ ਲਈ ਕਿਸੇ ਰਮਣੀਕ ਜਗ੍ਹਾ ਦੀ ਭਾਲ ਵਿੱਚ ਸੀਗਾ, ਪਰੰਤੂ ਉਹਦੀ ਜੇਬ ਇਸ ਵਾਰ ਇਜਾਜ਼ਤ ਨਾ ਦਿੰਦੀ ਹੋਣ ਕਰਕੇ ਉਸ ਨੂੰ ਜਿਹੜਾ ਨਾਵਲ ਘਰ ਵਿੱਚ ਬੈਠ ਕੇ ਹੀ ਲਿਖਣਾ ਪਿਆ। ਪਰ ਨਾਵਲ ਲਿਖਣ ਵਿੱਚ ਉਹ ਸਵਾਦ ਨਾ ਆਇਆ ਜੋ ਉਸ ਨੂੰ ਕਿੱਥੇ ਆਉਂਦਾ ਸੀ, ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਇੱਕ ਜਗ੍ਹਾ ਹੈਗੀ ਮੈਕਲੋਡਗੰਜ ਵਿੱਚ ਆਉਂਦਾ ਸੀਗਾ। ਇਸ ਕਰਕੇ ਉਹ ਜਿਹੜਾ ਧਰਮਸ਼ਾਲਾ ਦੀਆਂ ਰਮਣੀਕ ਪਹਾੜੀਆਂ ਉਹਨਾਂ ਦਾ ਆਨੰਦ ਲੈਣਾ ਚਾਹੁੰਦਾ ਸੀਗਾ। ਇਸ ਕਰਕੇ ਆਪਾਂ ਕਹਿ ਸਕਦੇ ਜਿਹੜੀ ਅੰਬਾਂ ਦੀ ਭੁੱਖ ਆ ਅੰਬ ਕੜੀਆਂ ਨਾਲ ਨਹੀਂ ਰਹਿੰਦੀ। ਦੂਸਰਾ ਪ੍ਰਸ਼ਨ ਉੱਤਰ ਆ ਜੀ, ਲੇਖਕ ਨੇ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਲੇਖਕ ਨੂੰ ਨਾਵਲ ਲਿਖਣ ਸਮੇਂ ਪਹਿਲੀ ਔਕੜ ਤਾਂ ਇਹ ਪੇਸ਼ ਆਈ ਉਹਦੀ ਜੇਬ ਵਿੱਚ ਪੈਸੇ ਘੱਟ ਸਨ। ਜੇਬ ਵਿੱਚ ਪੈਸੇ ਘੱਟ ਹੋਣ ਕਰਕੇ ਉਹ ਆਪਣੀ ਮਨਪਸੰਦ ਜਗ੍ਹਾ ਭਾਵ ਮੈਕਲੋਡਗੰਜ ਵਿੱਚ ਨਾ ਜਾ ਸਕਿਆ। ਇਸ ਕਰਕੇ ਉਸ ਨੂੰ ਦੋਸਤ ਦੇ ਘਰ ਡੇਰਾ ਲਾਉਣਾ ਪੈ ਗਿਆ, ਇੱਕ ਤਾਂ ਹੋਟਲ ਦੀ ਜਗ੍ਹਾ 'ਤੇ। ਦੂਜੀ ਔਕੜ ਇਹ ਆਈ ਕਿ ਉਸ ਮੁਹੱਲੇ ਵਿੱਚ ਆਉਣ ਵਾਲੀ ਸਵਾਈ ਸੇਵਕਾ ਬੜੀ ਗੁੱਸੇਖੋਰ ਅਤੇ ਕੁਰੱਖਤ ਸੁਭਾਅ ਦੀ ਸੀਗੀ। ਉਹ ਗਲੀ ਵਿੱਚ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੀ। ਉਸਦੇ ਢੀਠਪੁਣੇ ਤੋਂ ਚਿੜ ਕੇ ਸਾਰਾ ਮੁਹੱਲਾ ਉਸਦੇ ਗਲ ਪੈਂਦਾ ਸੀ ਅਤੇ ਜਦੋਂ ਤੱਕ ਉਹ ਜਵਾਬ ਵਿੱਚ ਇੱਕ ਦੀਆਂ ਚਾਰ ਨਹੀਂ ਸੀ ਸੁਣਾਉਂਦੀ ਉਹ ਚੈਨ ਨਹੀਂ ਸੀ ਪੈਂਦੀ। ਕੀ ਔਕੜਾਂ ਸੀ? ਪਹਿਲੀ ਔਕੜ ਕੀ ਸੀਗੀ ਕਿ ਇਸ ਵਾਰ ਉਹਦੀ ਜਿਹੜੀ ਜੇਬ ਵਿੱਚ ਪੈਸਿਆਂ ਦੀ ਕਮੀ ਹੋਣ ਕਰਕੇ ਉਹ ਆਪਣੀ ਮਨਪਸੰਦ ਜਗ੍ਹਾ ਵਿੱਚ 'ਤੇ ਜਾ ਕੇ ਨਾਵਲ ਨਾ ਲਿਖ ਸਕਿਆ, ਕਿਉਂਕਿ ਉਸ ਨੂੰ ਨਾਵਲ ਧਰਮਸ਼ਾਲਾ ਦੇ ਮੈਕਲੋਡਗੰਜ ਵਿੱਚ ਹੋਟਲ ਵਿੱਚ ਲਿਖਣਾ ਪਸੰਦ ਸੀ। ਪਰੰਤੂ ਉਸ ਨੂੰ ਇਸ ਵਾਰ ਜਿਹੜਾ ਨਾਵਲ ਹੈ ਆਪਣੇ ਦੋਸਤ ਦੇ ਘਰ ਲਿਖਣਾ ਪੈ ਗਿਆ। ਪਹਿਲੀ ਔਕੜ ਤਾਂ ਇਹ ਸੀ। ਦੂਸਰੀ ਔਕੜ ਕੀ ਸੀ? ਉਹ ਜਿਸ ਜਗ੍ਹਾ 'ਤੇ ਨਾਵਲ ਲਿਖ ਰਿਹਾ ਸੀ ਉੱਥੋਂ ਦੀ ਸਫਾਈ ਸੇਵਕਾ ਸੀ ਕੱਲੋ, ਜੋ ਬੜੀ ਗੁੱਸੇਖੋਰ ਸੁਭਾਅ ਦੀ ਸੀਗੀ, ਜੋ ਆਪਣੇ ਆਂਢ ਗੁਆਂਢ ਦੇ ਲੋਕਾਂ ਨਾਲ ਆਡਾ ਭਾਵ ਲੜਦੀ ਰਹਿੰਦੀ ਸੀ। ਜਦੋਂ ਤੱਕ ਉਹ ਆਪਣੇ ਆਂਢ ਗੁਆਂਢ ਦੇ ਲੋਕਾਂ ਨੂੰ ਖਰੀਆਂ ਨਹੀਂ ਸੁਣਾ ਦਿੰਦੀ ਸੀ ਉਸ ਨੂੰ ਚੈਨ ਨਹੀਂ ਆਉਂਦਾ ਸੀ। ਇਸ ਤਰ੍ਹਾਂ ਰੌਲੇ ਵਿੱਚ ਲੇਖਕ ਦਾ ਲਿਖਣ ਵਿੱਚ ਬੜਾ ਵਿਘਨ ਪੈਂਦਾ। ਲਿਖਣ ਵਿੱਚ ਕਹਿੰਦਾ ਵਾ ਮਨ ਨਾ ਲੱਗਦਾ, ਜੋ ਲਿਖਣ ਲੱਗਦਾ ਥੋੜ੍ਹਾ ਜਿਹਾ ਵਿਘਨ ਪੈਂਦਾ।
ਤੇ ਉਹਨੂੰ ਖਿਝ ਆਉਂਦੀ ਤੇ ਉਹ ਕਿਸੇ ਹੋਰ ਜਗ੍ਹਾ 'ਤੇ ਜਾਣਾ ਚਾਹੁੰਦਾ ਸੀ। ਤੀਸਰਾ ਪ੍ਰਸ਼ਨ ਕਰਾਂਗੇ ਬੱਚੇ ਹੁਣ ਆਪਾਂ। ਬੜੀ ਭੂਲ ਹੋਈ ਬਹਿਨ, ਮਾਫ਼ ਕਰਨਾ, ਪਰਦੇਸੀ ਨੂੰ ਖਿਆਲ ਨਹੀਂ ਰਿਹਾ। ਲੇਖਕ ਦੇ ਇਹਨਾਂ ਸ਼ਬਦਾਂ ਦਾ ਕੱਲੋ ਦੇ ਵਿਵਹਾਰ 'ਤੇ ਕੀ ਅਸਰ ਪਿਆ? ਲੇਖਕ ਦੇ ਇਹਨਾਂ ਸ਼ਬਦਾਂ ਦਾ ਕੱਲੋ ਦੇ ਵਿਵਹਾਰ 'ਤੇ ਬਹੁਤ ਅਸਰ ਪਿਆ। ਜਿੱਥੇ ਉਹ ਅੰਬ ਚੂਪ ਕੇ ਗਿਟਕਾਂ ਤੇ ਚਿੱਲੜਾ ਬੂਹਿਓਂ ਬਾਹਰ ਸੁੱਟ ਰਹੇ ਲੇਖਕ ਨੂੰ ਕੜਕ ਕੇ ਪਈ ਸੀ ਤੇ ਫੇਰ ਫਟਕਾਰ ਭਰੇ ਕਰਖਤ ਸ਼ਬਦਾਂ ਨਾਲ ਉਸ ਨੂੰ ਕਹਿਣ ਲੱਗੀ ਸੀ ਕਿ ਸਰਦਾਰ, तुम्हें दिखाई नहीं देता, तमाम कचरा बखेर दिया तुमने। ਉੱਥੇ ਜਦੋਂ ਲੇਖਕ ਨੇ ਉਸ ਨੂੰ ਭੈਣ ਕਹਿੰਦਾ ਭਾਵ ਕਹਿੰਦਿਆਂ ਉਪਰੋਕਤ ਸ਼ਬਦ ਕਹੇ ਤਾਂ ਕੱਲੋ ਦੇ ਵਿਵਹਾਰ ਵਿੱਚ ਇੱਕਦਮ ਤਬਦੀਲੀ ਆ ਗਈ। ਉਹ ਲੇਖਕ ਦੇ ਪਿਆਰ ਨਾਲ ਭਰੇ ਸ਼ਬਦ ਹਨ ਇੱਕਦਮ ਪਿਘਲ ਕੇ ਮੋਮ ਬਣ ਗਈ। ਉਸ ਨੇ ਲੇਖਕ ਨੂੰ ਗਿਟਕਾਂ ਦੇ ਛਿੱਲੜ ਇਕੱਠੇ ਕਰਨ ਤੋਂ ਹਟਾ ਕੇ ਇਹ ਕੰਮ ਆਪ ਕਰ ਦਿੱਤਾ ਤੇ ਨਾਲ ਹੀ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ। ਕਹਿੰਦਾ ਵਾ ਇਹਨਾਂ ਸ਼ਬਦਾਂ ਦਾ ਜਿਹੜਾ ਕੱਲੋ ਦੇ ਵਿਵਹਾਰ 'ਤੇ ਬਹੁਤ ਅਸਰ ਪਿਆ, ਕਿਉਂਕਿ ਜਦੋਂ ਲੇਖਕ ਅੰਬ ਚੂਪ ਰਿਹਾ ਸੀ, ਉਹਦੀਆਂ ਗਿਟਕਾਂ ਬੂਹੇ ਤੋਂ ਬਾਹਰ ਸਿੱਟ ਰਿਹਾ ਸੀਗਾ, ਤਾਂ ਕੱਲੋ ਨੇ ਉਸ ਨੂੰ ਕਰਖਤ ਭਾਵ ਰੁੱਖੇ ਸੁਭਾਅ ਨਾਲ ਕਿਹਾ ਕਿ तुम्हें नज़र नहीं आता, तुम ये कचरा खिलार रहे हो। तो ਲੇਖਕ ਨੇ ਅੱਗੋਂ ਜਵਾਬ ਦਿੱਤਾ ਕਿ ਭੈਣ ਗਲਤੀ ਹੋ ਗਈ। ਜਦੋਂ ਇਹ ਸ਼ਬਦ ਪਿਆਰ ਭਰੇ ਸ਼ਬਦ ਕਹੇ, ਜਿਹੜੇ ਕੱਲੋ ਆ ਉਹ ਮੋਮ ਵਾਂਗ ਪਿਘਲ ਗਈ ਅਤੇ ਜਿਹੜਾ ਉਹ ਸਾਰਾ ਕਚਰਾ ਚੁੱਕ ਕੇ ਆਪ ਬਾਹਰ ਸੁੱਟਣ ਲੈ ਗਈ। ਅਗਲੇ ਦਿਨ ਉਸ ਨੇ ਸਭ ਤੋਂ ਪਹਿਲਾਂ ਲੇਖਕ ਦਾ ਘਰ ਦਾ ਅੱਗਾ ਸਾਫ਼ ਕੀਤਾ ਅਤੇ ਨਾਲ ਹੀ ਨਾਲੀ ਦਾ ਗੰਦ ਖੁਰਚ ਕੇ ਕੱਢ ਦਿੱਤਾ। ਇਸ ਤਰ੍ਹਾਂ ਲੇਖਕ ਦੇ ਮਨੁੱਖੀ ਪਿਆਰ ਨਾਲ ਭਰੇ ਇਹ ਸ਼ਬਦ ਨੇ ਕੱਲੋ ਦੇ ਰਵੱਈਏ ਦੇ ਸੁਭਾਅ ਨੂੰ ਬਦਲ ਦਿੱਤਾ। ਕਹਿੰਦਾ ਇਸ ਪ੍ਰਸ਼ਨ ਤੋਂ ਸਾਨੂੰ ਇਹ ਗੱਲ ਕਲੀਅਰ ਹੁੰਦੀ ਹੈ, ਜੇ ਅਸੀਂ ਕਿਸੇ ਨਾਲ ਬੜੀ ਨਿਮਰਤਾ ਅਤੇ ਪਿਆਰ ਨਾਲ ਪੇਸ਼ ਆਉਂਦੇ ਹਾਂ, ਚਾਹੇ ਉਸ ਵਿਅਕਤੀ ਦਾ ਸੁਭਾਅ ਕਿੰਨਾ ਵੀ ਕਰਖਤ ਭਾਵ ਅੜਬ ਗੁੱਸੇਖੋਰ ਹੋਵੇ, ਤਾਂ ਉਹ ਸਾਡੇ ਪਿਆਰ ਭਰੇ ਸ਼ਬਦਾਂ ਨਾਲ ਕੀ ਬਣ ਜਾਂਦਾ ਹੈ, ਮੋਮ ਬਣ ਜਾਂਦਾ ਹੈ, ਜੋ ਸਾਨੂੰ ਇਸ ਪ੍ਰਸ਼ਨ ਵਿੱਚ ਦੇਖਣ ਨੂੰ ਮਿਲਦਾ ਹੈਗਾ। ਅਗਲਾ ਪ੍ਰਸ਼ਨ ਹੈ, ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾਅ ਕਿਹੋ ਜਿਹਾ ਸੀ? ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਮੁਹੱਲੇ ਵਿੱਚ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੀ ਸੀ। ਇਹ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਜਿਹੜੀ ਇਹ ਕੱਲੋ ਆ ਉਹ ਗੁੱਸੇਖੋਰ ਸੁਭਾਅ ਦੀ ਸੀ, ਉਹ ਆਪਣੇ ਆਂਢ ਗੁਆਂਢ ਨਾਲ ਆਡਾ ਭਾਵ ਲੜਦੀ ਰਹਿੰਦੀ ਸੀਗੀ। ਉਹ ਹਰ ਵੇਲੇ ਸੜੀ ਭੁੱਜੀ ਰਹਿੰਦੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਸਾਹਮਣੇ ਆਉਣ ਵਾਲਿਆਂ ਨੂੰ ਕੱਚਾ ਖਾ ਜਾਵੇਗੀ। ਉਹ ਬੇਦਲੀ ਬਦੋਖੋਰੀ ਜਿਹੀ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ 'ਤੇ ਘੜੀਸਦੀ ਅਤੇ ਲੋਕਾਂ ਨੂੰ ਬੁਰਾ ਭਲਾ ਬੋਲਦੀ। ਗਲੀ ਦੀਆਂ ਜਨਾਨੀਆਂ ਵੀ ਬਦਲੇ ਵਿੱਚ ਜਵਾਬੀ ਹਮਲੇ ਕਰਦੀਆਂ ਅਤੇ ਉਸ ਲਈ ਹੱਡ ਹਰਾਮ, ਔਤਰੀ ਅਤੇ ਰੰਡੀ ਆਦਿ ਸ਼ਬਦ ਵਰਤਦੀਆਂ। ਹੱਡ ਹਰਾਮ ਜਿਹੜਾ ਕਹਿੰਦਾ ਉਹ ਕੰਮ ਨਾ ਕਰਦਾ, ਔਤਰੀ ਜਿਹਦਾ ਘਰ ਵਾਲਾ ਮਰਿਆ, ਅਤੇ ਰੰਡੀ ਆਦਿ, ਜਿਸ ਉੱਤੇ ਉਹ ਹੋ ਢੀਠ ਅਤੇ ਬੇਪਰਵਾਹ ਬਣ ਗਈ। ਕੋਈ ਕਿੰਨਾ ਬੋਲੇ ਚਲਾਵੇ, ਉਸਦੇ ਮੱਥੇ ਦੀ ਤਿਉੜੀ ਸਿੱਧੀਆਂ ਨਹੀਂ ਹੁੰਦੀਆਂ ਸੀ। ਲੇਖਕ ਦੇ ਸੰਪਰਕ ਤੋਂ ਆਉਣ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਜਿਹੜੀ ਕੱਲੋ ਹੈ ਉਹ ਸੜੇ ਭੁੱਜੇ ਗੁੱਸੇਖੋਰ ਸੁਭਾਅ ਦੀ ਸੀ, ਕਿਉਂਕਿ ਆਂਢ ਗੁਆਂਢ ਨਾਲ ਕੀ ਲਾਈ ਰੱਖਦੀ ਸੀ, ਆਡਾ ਲਾਈ ਰੱਖਦੀ ਸੀ। ਉਹ ਸਾਹਮਣੇ ਆਉਣ ਵਾਲਾ ਇਸ ਤਰ੍ਹਾਂ ਦੇਖਦੀ ਸੀ ਜਿਵੇਂ ਉਸ ਨੂੰ ਕੱਚਾ ਖਾਣਾ ਹੋਵੇ। ਜਦੋਂ ਉਹ ਮੁਹੱਲੇ ਵਿੱਚ ਸਫਾਈ ਕਰਦੀ ਸੀ ਤਾਂ ਉਹ ਜਿਹੜੀਆਂ ਬੌਂਕਰ ਦੇ ਜਾਂ ਭਾਵ ਝਾੜੂ ਦੀਆਂ ਤੀਲੀਆਂ ਹੁੰਦੀਆਂ ਸੀ ਉਸ ਨੂੰ ਖਿਲਾਰ ਦਿੰਦੀ ਸੀ ਅਤੇ ਜਵਾਬੀ ਹਮਲਿਆਂ ਵਿੱਚ ਉਹਨੂੰ ਪਿੰਡ ਦੀਆਂ ਜਿਹੜੀਆਂ
ਜਾਂ ਮੁਹੱਲੇ ਦੀਆਂ ਔਰਤਾਂ ਵੀ ਉਸ ਨੂੰ ਬੁਰਾ ਭਲਾ ਔਤਰੀ ਰੰਡੀ ਸ਼ਬਦ ਵਰਤਦੀਆਂ ਸਨ, ਜਿਸ ਕਰਕੇ ਉਹ ਇੰਨੀ ਬੇਪਰਵਾਹ ਬਣ ਗਈ ਕਿ ਬਿਨਾਂ ਚਲਾਏ ਮੱਥੇ ਦੀਆਂ ਤਿਉੜੀਆਂ ਕੀ ਹੁੰਦਾ ਸੀ, ਉਹ ਸਿੱਧੀਆਂ ਨਹੀਂ ਹੁੰਦੀਆਂ ਸਨ। ਉਹ ਬਿਲਕੁਲ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਸੇ ਦਾ ਆਖਾ ਮੰਨਣ ਦੀ ਸਹੁੰ ਖਾਧੀ ਹੋਈ ਸੀ ਅਤੇ ਉਹ ਕੁਝ ਕਰਦੀ ਸੀ ਅਤੇ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ। ਕਹਿੰਦਾ ਵਾ ਉਹ ਇੰਨੀ ਗੁੱਸੇਖੋਰ ਸੀ, ਜੋ ਉਹਦਾ ਮਨ ਕਰਦਾ ਸੀ ਉਹੀ ਕੰਮ ਕਰਦੀ ਸੀ। ਉਹ ਕਿਸੇ ਦੇ ਆਖੇ ਬਹੁਤ ਘੱਟ ਕੰਮ ਕਰਦੀ ਸੀ। ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ? ਲੇਖਕ ਨੂੰ ਕੱਲੋ ਇਸ ਕਰਕੇ ਲਾਲਚੀ ਜਾਪੀ ਕਿਉਂਕਿ ਜਦੋਂ ਉਸਨੇ ਮਜ਼ਦੂਰੀ ਲੈਣ ਲਈ ਖੜੀ ਸਮਝ ਕੇ ਉਸ ਵੱਲ ਆਨਾ ਸੁੱਟਿਆ ਤਾਂ ਉਸਨੇ ਨਾ ਚੁੱਕਿਆ ਅਤੇ ਲੇਖਕ ਵੱਲ ਤੱਕ ਕੇ ਆਪਣੀ ਨਜ਼ਰ ਪਰੇ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚਨ ਹੈ ਅਤੇ ਹੋਰ ਪੈਸੇ ਚਾਹੁੰਦੀ ਹੈ, ਜਦ ਕਿ ਉਸਦਾ ਕੰਮ ਇੰਨਾ ਨਹੀਂ ਸੀ। ਲੇਖਕ ਨੂੰ ਕੱਲੋ ਇਸ ਕਰਕੇ ਲਾਲਚਨ ਜਾਪੀ ਜਦੋਂ ਬੂਹੇ ਅੱਗੇ ਖੜੀ ਸੀ ਤਾਂ ਲੇਖਕ ਨੇ ਉਹਦੇ ਵੱਲ ਕੁਝ ਪੈਸੇ ਭਾਵਕ ਆਨਾ ਸਿੱਟਿਆ। ਕੱਲੋ ਨੇ ਉਹ ਨਹੀਂ ਚੁੱਕਿਆ, ਬਲਕਿ ਆਪਣਾ ਮੂੰਹ ਉਸ ਤੋਂ ਪਾਸੇ ਹਟਾ ਲਿਆ। ਲੇਖਕ ਨੂੰ ਮਹਿਸੂਸ ਹੋਇਆ ਜਿਹੜੀ ਕੱਲੋ ਕੀ ਆ, ਲਾਲਚਨ ਹੈ, ਭਾਵ ਜਿੰਨੇ ਉਹ ਪੈਸੇ ਦੀ ਇੱਛਾ ਕਰ ਰਹੀ ਉਹਨਾਂ ਉਹਦਾ ਕੀ ਨਹੀਂ ਸੀ, ਕੰਮ ਨਹੀਂ ਸੀਗਾ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਵੱਲ ਇੱਕ ਹੋਰ ਆਨਾ ਸੁੱਟਿਆ, ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਉਹ ਪੱਕੀ ਲਾਲਚਨ ਹੈ, ਜਿਸ ਕਰਕੇ ਉਸਨੇ ਤੈਸ਼ ਵਿੱਚ ਉਸ ਦੇ ਲਾਲਚੀ ਸੁਭਾਅ ਨੂੰ ਕੋਸਿਆ ਅਤੇ ਕਿਹਾ, ਅਰੇ ਤੂੰ ਕਿਆ तुम्हें रुपये चाहिए इतने काम के लिए? ਹੁਣ ਤਾਂ ਭਾਵ ਲੇਖਕ ਨੇ ਉਸਨੂੰ ਖੁਸ਼ ਕਰਨ ਲਈ ਫਿਰ ਸੋਚਿਆ ਵੀ ਉਹ ਤੋਂ ਮੈਂ ਖੜਾ ਛੁਡਾ ਲਾਂ। ਇੱਕ ਆਨਾ ਹੋਰ ਸੁੱਟਿਆ, ਪਰ ਕੱਲੋ ਨੇ ਉਹ ਵੀ ਆਨਾ ਨਾ ਚੁੱਕਿਆ। ਤਾਂ ਲੇਖਕ ਨੇ ਉਸਦਾ ਜਿਹੜਾ ਜ਼ਿਕਰ ਆਪਣੇ ਤੈਸ਼ ਵਿੱਚ ਕੀਤਾ ਅਤੇ ਉਸਨੂੰ ਬੋਲਿਆ, अरे तो क्या तुम्हें रुपये चाहिए इतने काम लिए? ਕਹਿੰਦਾ ਭਾਵ ਤੈਨੂੰ ਇਹਨੇ ਛੋਟੇ ਜਿਹੇ ਕੰਮ ਲਈ ਹੋਰ ਕਿੰਨੇ ਕੁ ਪੈਸੇ ਚਾਹੀਦੇ ਆ? ਲੇਖਕ ਬੋਲਿਆ। ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਸੀ? ਲੇਖਕ ਨਾਲ ਗੱਲ ਕਰਦੀ ਕੱਲੋ ਇਸ ਕਰਕੇ ਚੁੱਪ ਹੋ ਗਈ ਕਿਉਂਕਿ ਉਸਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਚੁੱਕਾ ਸੀ ਅਤੇ ਮੁਹੱਲੇ ਵਿੱਚ ਉਸਦਾ ਕੰਮ ਵੀ ਬਹੁਤ ਪਿਆ ਸੀਗਾ। ਇਸ ਕਰਕੇ ਲੇਖਕ ਨਾਲ ਗੱਲ ਕਰਨੀ ਬੰਦ ਕਰਕੇ ਉਸਨੇ ਆਪਣਾ ਝਾੜੂ ਅਤੇ ਛਾਬਾ ਚੁੱਕਿਆ ਅਤੇ ਕੰਮ ਕਰਨ ਲਈ ਚਲੀ ਗਈ। ਕਿਉਂ ਚੁੱਪ ਹੋ ਗਈ ਸੀ? ਕਿਉਂਕਿ ਮੀਂਹ ਪੈ ਰਿਹਾ ਸੀ। ਮੀਂਹ ਪੈਣਾ ਬੰਦ ਹੋ ਗਿਆ, ਇਸ ਕਰਕੇ ਜਿਹੜਾ ਕੱਲੋ ਦਾ ਜਿਹੜਾ ਬਹੁਤ ਸਾਰਾ ਕੰਮ ਪਿਆ ਸੀਗਾ, ਇਸ ਕਰਕੇ ਕੱਲੋ ਨੇ ਆਪਣਾ ਝਾੜੂ ਅਤੇ ਛਾਬਾ ਚੱਕਿਆ ਅਤੇ ਆਪਣੇ ਕੰਮ ਵਿੱਚ ਲੱਗ ਗਈ ਅਤੇ ਉਸਨੇ ਲੇਖਕ ਨਾਲ ਗੱਲ ਕਰਨੀ ਬੰਦ ਕਰਤੀ ਕਿਉਂਕਿ ਉਸਨੂੰ ਆਪਣੇ ਕੰਮ ਜ਼ਿਆਦਾ ਜ਼ਰੂਰੀ ਲੱਗ ਰਿਹਾ ਸੀਗਾ ਉਸ ਨਾਲੋਂ। ਅਖੀਰਲਾ ਕੁਐਸਚਨ ਆ ਰਾਜ, ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਅਤੇ ਕਿਉਂ? ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਵਜੋਂ ਭੇਟ ਕੀਤੀ। ਉਹ ਅੰਬ ਲੇਖਕ ਦੀ ਪਤਨੀ ਲਈ ਭੇਜਣੇ ਚਾਹੁੰਦੀ ਸੀ। ਕੱਲੋ ਨੇ ਲੇਖਕ ਨੂੰ ਕੀ ਸੌਗਾਤ ਭੇਟ ਕੀਤੀ? ਅੰਬਾਂ ਦੀ ਟੋਕਰੀ, ਭਾਵ ਜਿਹੜੇ ਉਹ ਅੰਬ ਆ ਕੱਲੋ ਉਹ ਲੇਖਕ ਦੀ ਪਤਨੀ ਲਈ ਭੇਜਣੇ ਚਾਹੁੰਦੀ ਸੀ। ਧੰਨਵਾਦ ਬੱਚਿਓ।